ਪਿਆਰੇ ਦੋਸਤੋ, ਅੱਜ ਅਸੀਂ ਫਿਲਾਸਫਰ ਸਟੋਨ ਦੇ ਵਿੱਚ ਜਿਸ ਧਰਮ ਦੀ ਇੱਕ ਨਵੀਂ ਜਾਣਕਾਰੀ ਬਾਰੇ ਡਿਸਕਸ ਕਰਾਂਗੇ, ਉਹ ਇੱਕ ਸ਼ਬਦ ਲੈ ਰਹੇ ਹਾਂ, ਸ਼ੈਤਾਨ। ਸ਼ੈਤਾਨ ਖਾਸ ਕਰਕੇ ਜਿਹੜੇ ਸਾਮੀ ਧਰਮ ਨੇ ਜਾਂ ਸੈਮਿਟਿਕ ਰਿਲੀਜਨ, ਉਹਨਾਂ ਦੇ ਵਿੱਚ ਇਹਦਾ ਬਾਰ-ਬਾਰ ਜ਼ਿਕਰ ਆਉਂਦਾ ਹੈ। ਸ਼ੈਤਾਨ ਉਹ ਹਸਤੀ ਹੈ ਜਿਹੜੀ ਪਰਮਾਤਮਾ, ਅੱਲਾ, ਯਹੋਵਾ, ਗॉड ਇਹਦੇ ਅਗੇਂਸਟ ਕੰਮ ਕਰਦੀ ਹੈ। ਭਾਵ ਸ਼ੈਤਾਨ ਨੂੰ ਇੱਕ ਰੱਬ ਦੇ ਬਰਾਬਰ ਦੀ ਸ਼ਰੀਕ ਹਸਤੀ ਮੰਨਿਆ ਗਿਆ। ਜੇ ਅਸੀਂ ਇੱਕ ਧਰਮ ਅਧਿਐਨ ਦੇ ਵਿਦਿਆਰਥੀ ਦੇ ਤੌਰ 'ਤੇ ਇਸ ਹਸਤੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੰਖੇਪ ਵਿੱਚ ਦੱਸਾਂਗੇ ਕਿ ਇਹ ਕਨਸੈਪਟ ਕੀ ਹੈ। ਮੈਂ ਬੇਨਤੀ ਕਰਾਂਗਾ ਕਿ ਇਹ ਦੁਰਲੱਭ ਜਾਣਕਾਰੀ ਪੰਜਾਬੀ ਦੇ ਵਿੱਚ ਕੇਵਲ ਤੇ ਕੇਵਲ ਸਾਡੇ ਚੈਨਲ 'ਤੇ ਮਿਲ ਸਕਦੀ ਹੈ ਔਰ ਮਿਲ ਰਹੀ ਹੈ। ਇਸ ਕਰਕੇ ਸਾਨੂੰ ਸਹਿਯੋਗ ਦਿੰਦੇ ਹੋਏ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸ਼ੈਤਾਨ ਦਾ ਕਨਸੈਪਟ ਸਭ ਤੋਂ ਪਹਿਲਾਂ ਬਾਈਬਲ ਦੇ ਵਿੱਚ ਆਇਆ, ਪਰੰਤੂ ਇੱਕ ਵਿਦਿਆਰਥੀ ਦੇ ਤੌਰ 'ਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਯਹੂਦੀ ਧਰਮ ਦਾ ਸ਼ੈਤਾਨ ਉਹ ਨਹੀਂ ਹੈ ਜੋ ਇਸਲਾਮਿਕ ਧਰਮ ਦਾ ਸ਼ੈਤਾਨ ਹੈ। ਈਸਾਈ ਧਰਮ ਦਾ ਸ਼ੈਤਾਨ ਔਰ ਇਸਲਾਮ ਦਾ ਸ਼ੈਤਾਨ ਲਗਭਗ ਇੱਕੋ ਜਿਹੇ ਨੇ, ਲਗਭਗ। ਪਰੰਤੂ ਜਿਹੜਾ ਯਹੂਦੀਆਂ ਦਾ ਸ਼ੈਤਾਨ ਹੈ ਉਹ ਇਸ ਤਰ੍ਹਾਂ ਦਾ ਸ਼ੁਰੂ ਵਿੱਚ ਨਹੀਂ ਸੀ। ਸ਼ੈਤਾਨ ਸ਼ਬਦ ਯਹੂਦੀ ਬਾਈਬਲ ਦੇ ਕਾਫੀ ਲੇਟ ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ ਨੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ। ਔਰ ਉਹ ਵੀ ਜ਼ਿਕਰ ਕਿਸ ਤਰ੍ਹਾਂ ਆਉਂਦਾ ਹੈ ਸ਼ੈਤਾਨ ਦਾ। ਸ਼ੈਤਾਨ ਨੂੰ ਰੱਬ ਦਾ ਵਿਰੋਧੀ ਨਹੀਂ ਮੰਨਿਆ ਗਿਆ। ਉੱਥੇ ਯਹੂਦੀ ਲਿਖਤਾਂ ਦੇ ਵਿੱਚ, ਜਿਹੜੀ ਯਹੂਦੀ ਬਾਈਬਲ ਦੇ ਵਿੱਚ ਜਿਹੜੀਆਂ ਪਹਿਲਾਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਸ਼ੈਤਾਨ ਨੂੰ ਵੀ ਜਿਹੜਾ ਹੈ ਇੱਕ ਰੱਬ ਦੀ ਸ਼ਕਤੀ ਮੰਨਿਆ ਗਿਆ, ਰੱਬ ਦਾ ਸੇਵਕ ਮੰਨਿਆ ਗਿਆ, ਜਿਹੜਾ ਕਿ ਜਿਹੜੇ ਯਹੋਵਾ ਨੂੰ ਮੰਨਣ ਵਾਲੇ ਲੋਕ ਸਨ। ਯਹੋਵਾ ਤੁਹਾਨੂੰ ਪਤਾ ਹੋਏਗਾ, ਯਹੋਵਾ ਯਹੂਦੀ ਰੱਬ ਦਾ ਨਾਮ ਹੈ। ਜਿੱਦਾਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਜਾਂ ਮੁਸਲਮਾਨ ਅੱਲਾ ਕਹਿੰਦੇ ਨੇ, ਯਹੂਦੀ ਆਪਣੇ ਰੱਬ ਨੂੰ ਯਹੋਵਾ ਕਹਿੰਦੇ ਨੇ। ਔਰ ਯਹੋਵਾ ਦਾ ਇਹ ਇੱਕ ਸੇਵਕ ਸੀ ਸ਼ੈਤਾਨ। ਪਰੰਤੂ ਇਹ ਕੰਮ ਕੀ ਕਰਦਾ ਸੀ? ਇਹਦਾ ਕੰਮ ਇਹ ਸੀ, ਜਿਵੇਂ ਭਾਰਤੀ ਸਾਡੀਆਂ ਜਿਹੜੀਆਂ ਧਰਮ ਦੀਆਂ ਕਥਾਵਾਂ ਨੇ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਇੰਦਰ ਦੇਵਤਾ ਜਿਹੜਾ ਸੀ, ਉਹ ਜਿਹੜੇ ਲੋਕ ਰਿਸ਼ੀ ਮੁਨੀ ਭਗਤੀ ਕਰਦੇ ਹੁੰਦੇ ਸੀ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਕਈ ਸਾਲ ਲੰਬੀ ਤਪੱਸਿਆ ਕਰਦੇ ਸੀ, ਉਹਨਾਂ ਦੀ ਪਰਖ ਕਰਨ ਵਾਸਤੇ ਅਪਸਰਾਵਾਂ ਭੇਜਦਾ ਹੁੰਦਾ ਸੀ ਤਾਂ ਕਿ ਵੇਖਿਆ ਜਾ ਸਕੇ ਕਿ ਇਹ ਕਿੰਨੇ ਕੁ ਧਰਮੀ ਨੇ। ਤਾਂ ਉਹਨਾਂ ਵਿੱਚੋਂ ਕਈਆਂ ਦੇ ਫਿਰ ਈਮਾਨ ਡੋਲ ਜਾਂਦਾ ਸੀ ਅਤੇ ਅਪਸਰਾ ਨੂੰ ਵੇਖ ਕੇ ਉਹ ਫਿਰ ਡੋਲ ਜਾਂਦੇ ਸੀ, ਭਗਤੀ ਛੱਡ ਕੇ ਫਿਰ ਉਹ ਕਾਮ ਦੇ ਅਧੀਨ ਹੋ ਕੇ ਉਹਦੇ ਵੱਸ ਪੈ ਜਾਂਦੇ ਸੀ ਅਤੇ ਇੰਦਰ ਦੀ ਜਿੱਤ ਹੋ ਜਾਂਦੀ ਸੀ। ਇੰਦਰ ਨੂੰ ਬੜੀ ਖੁਸ਼ੀ ਮਿਲਦੀ ਸੀ ਜਦੋਂ ਕਿਸੇ ਦੀ ਉਹ ਤਪੱਸਿਆ ਭੰਗ ਕਰ ਲੈਂਦਾ ਸੀ ਜਾਂ ਕਿਸੇ ਨੂੰ ਫੇਲ ਕਰ ਦਿੰਦਾ ਸੀ। ਔਰ ਇਹ ਜਿਹੜਾ ਸ਼ੈਤਾਨ ਸੀ ਇਹ ਵੀ ਲਗਭਗ ਉਸੇ ਤਰ੍ਹਾਂ ਦਾ ਕਰੈਕਟਰ ਸੀ। ਜਿਹੜਾ ਭਲੇ ਲੋਕ ਸਨ ਉਹਨਾਂ ਦੀ ਇਹ ਪਰਖ ਵਾਸਤੇ ਜਿਹੜਾ ਹੈ ਕੰਮ ਕਰਦਾ ਸੀ। ਪਰੰਤੂ ਬਾਅਦ ਵਿੱਚ ਜਾ ਕੇ ਇਹ ਜਿਹੜੀਆਂ ਬਾਅਦ ਦੀਆਂ ਕਿਤਾਬਾਂ ਲਿਖੀਆਂ ਗਈਆਂ ਉਹਦੇ ਵਿੱਚ ਇਹਨੂੰ ਇੱਕ ਰੱਬ ਦੀ ਸ਼ਰੀਕ ਸ਼ਕਤੀ ਦੇ ਤੌਰ 'ਤੇ ਜਿਹੜਾ ਉਹਨੂੰ ਬਿਠਾ ਦਿੱਤਾ ਗਿਆ। ਈਸਾਈਆਂ ਨੇ ਇਸੇ ਰੂਪ ਵਿੱਚ ਹੀ ਸ਼ੈਤਾਨ ਨੂੰ ਲਿਆ ਔਰ ਉਹ ਕਹਿੰਦੇ ਨੇ ਕਿ ਜਿਹੜਾ ਸ਼ੈਤਾਨ ਹੈ ਉਹ ਰੱਬ ਦੀ ਅਤੇ ਯਸੂ ਦੀ ਜਿਹੜੀ ਹੈ ਹਕੂਮਤ, ਦੈਵੀ ਹਕੂਮਤ, ਉਹਦੇ ਵਿਰੁੱਧ
ਹਮੇਸ਼ਾ ਤੋਂ ਕੰਮ ਕਰ ਰਿਹਾ ਔਰ ਜਦੋਂ ਅਖੀਰ ਡੇ ਆਫ ਜੱਜਮੈਂਟ ਆਏਗਾ, ਜਿਹਨੂੰ ਮੁਸਲਮਾਨ ਕਹਿੰਦੇ ਨੇ ਕਿਆਮਤ ਦਾ ਦਿਨ ਆਏਗਾ, ਉਸ ਦਿਨ ਯਸੂ ਜਿਹੜਾ ਹੈ ਇਸ ਸ਼ੈਤਾਨ ਨੂੰ ਖਤਮ ਕਰ ਦੇਗਾ। ਅਤੇ ਜਦੋਂ ਇਹਨੂੰ ਖਤਮ ਕਰ ਦੇਗਾ ਫਿਰ ਜਿਹੜਾ ਉਹ ਕਿੰਗਡਮ ਆਫ ਗੋਡ ਹੈ ਉਹ ਦੁਬਾਰਾ ਦੁਨੀਆ ਦੇ ਵਿੱਚ ਜਿਹੜਾ ਲਾਗੂ ਹੋ ਜਾਏਗਾ। ਜਿੱਥੋਂ ਤੱਕ ਇਸਲਾਮ ਦਾ ਮਤਲਬ ਹੈ, ਇਸਲਾਮ ਵੀ ਜਿਹੜਾ ਹੈ ਉਹ ਸ਼ੈਤਾਨ ਨੂੰ ਇੱਕ ਅੱਲਾ ਦੀ ਵਿਰੋਧੀ ਸ਼ਕਤੀ ਦੇ ਤੌਰ 'ਤੇ, ਸ਼ਰੀਕ ਦੇ ਤੌਰ 'ਤੇ ਦੇਖਦਾ। ਅਤੇ ਇਸਲਾਮ ਦਾ ਸਾਰਾ ਪੈਗਾਮ ਜੇ ਇੱਕ ਲਾਈਨ 'ਚ ਵਿਅਕਤ ਕਰਨਾ ਹੋਏ ਤਾਂ ਉਹ ਇਹ ਹੈ ਕਿ ਸ਼ੈਤਾਨ ਨਾਲੋਂ ਟੁੱਟ ਕੇ ਅਤੇ ਅੱਲਾ ਦੇ ਨਾਲ ਜੁੜਨਾ ਇਸਲਾਮ ਹੈ। ਪਰੰਤੂ ਇਹਦੇ ਵਿੱਚ ਕੁਝ ਸਮੱਸਿਆਵਾਂ ਨੇ। ਇਹਦੇ ਕੌਨਸੈਪਟ ਦੇ ਵਿੱਚ ਸਮੱਸਿਆ ਇਹ ਹੈ ਕਿ ਸ਼ੈਤਾਨ ਨੂੰ ਪੈਦਾ ਫਿਰ ਕਿਹਨੇ ਕੀਤਾ। ਇੱਕ ਫਿਲਾਸਫੀ ਦੇ ਵਿੱਚ ਡਿਸਕਸ਼ਨ ਚੱਲਦੀ ਹੈ ਕਿ ਪ੍ਰੋਬਲਮ ਆਫ ਈਵਲ ਜਿਹੜੀ ਹੈ ਉਹਦੇ ਵਿੱਚ ਇਹ ਡਿਸਕਸ ਕੀਤਾ ਜਾਂਦਾ ਫਿਲਾਸਫੀ ਦੇ ਵਿੱਚ ਕਿ ਜੇ ਪਰਮਾਤਮਾ ਜਾਣੀ ਜਾਣਾ ਹੈ, ਆਲ ਨੋਇੰਗ ਹੈ, ਜੇ ਪਰਮਾਤਮਾ ਆਲ ਪਾਵਰਫੁੱਲ ਹੈ, ਸਰਬ ਸ਼ਕਤੀਮਾਨ ਹੈ, ਅਤੇ ਜੇ ਪਰਮਾਤਮਾ ਗੁੱਡ ਹੈ, ਚੰਗਾ ਹੈ, ਭਲਾ ਹੈ, ਤਾਂ ਫਿਰ ਉਹਦੇ ਹੁੰਦਿਆਂ ਹੋਇਆਂ ਸ਼ੈਤਾਨ ਕਿੱਥੋਂ ਆ ਗਿਆ। ਇੱਕ ਬੜੀ ਵੱਡੀ ਇੱਕ ਬਹਿਸ ਫਿਲਾਸਫੀ ਦੇ ਵਿੱਚ ਚੱਲਦੀ ਹੈ ਕਿ ਫਿਰ ਤਾਂ ਕੁਛ ਬੁਰੀ ਚੀਜ਼ ਪੈਦਾ ਹੀ ਨਹੀਂ ਸੀ ਹੋਣੀ ਚਾਹੀਦੀ, ਅਤੇ ਜੇ ਸ਼ੈਤਾਨ ਪੈਦਾ ਹੋ ਗਿਆ ਤਾਂ ਇਹਦਾ ਮਤਲਬ ਜਾਂ ਤਾਂ ਰੱਬ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਇਹ ਜਿਹੜੀ ਮੈਂ ਬਲਾ ਪੈਦਾ ਕਰ ਲੈਣ ਲੱਗਾ ਇਹ ਕਿੰਨੀ ਕੁ ਭੈੜੀ ਹੋਣੀ ਹੈ। ਇਹਦਾ ਮਤਲਬ ਉਹ ਜਾਣੀ ਜਾਣ ਨਹੀਂ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਤਾਂ ਘੱਟ ਦੀਆਂ ਜਾਣਦਾ, ਪਰ ਇਹਦਾ ਮਤਲਬ ਉਹ ਸ਼ੈਤਾਨ ਦੇ ਹਿਰਦੇ ਨੂੰ ਨਹੀਂ ਸੀ ਜਾਣਦਾ। ਫਿਰ ਜੇ ਉਹ ਜਾਣੀ ਜਾਣ ਸੀ ਅਤੇ ਫਿਰ ਇਹਦਾ ਮਤਲਬ ਉਹਨੂੰ ਰੋਕ ਨਹੀਂ ਸੀ ਸਕਦਾ, ਸਰਬ ਸ਼ਕਤੀਮਾਨ ਨਹੀਂ ਸੀ, ਉਹ ਆਲ ਪਾਵਰਫੁੱਲ ਨਹੀਂ ਸੀ, ਅਤੇ ਫਿਰ ਉਹ ਸਾਜਣਹਾਰ ਵੀ ਹੈ, ਉਹਦੇ ਤੋਂ ਬਿਨਾਂ ਸ਼ੈਤਾਨ ਬਣ ਵੀ ਨਹੀਂ ਸੀ ਸਕਦਾ। ਇਹਦਾ ਮਤਲਬ ਗਲਤ ਚੀਜ਼ ਬਣਾਤੀ ਅੱਲਾ ਨੇ, ਰੱਬ ਨੇ, ਯਹੋਵਾ ਨੇ। ਤੋ ਇੱਕ ਗੰਭੀਰ ਕਿਸਮ ਦਾ ਇਹ ਸਵਾਲ ਤਰਕ ਦੇ ਆਧਾਰ ਦੇ ਉੱਤੇ ਉੱਠਦਾ ਹੈ। ਜਦੋਂ ਇਹ ਸਵਾਲ ਉੱਠਦਾ ਅਤੇ ਫਿਰ ਇੱਕ ਮਤ ਜਿਹੜਾ ਨਾ ਉਹ ਈਰਾਨ, ਇਰਾਕ ਅਤੇ ਜਿਹੜੇ ਕੰਟਰੀ ਹੈਗੇ ਨੇ ਆਜ਼ਰਬਾਈਜਾਨ ਅਤੇ ਅਰਮੀਨੀਆ, ਇਹਦੇ ਵਿੱਚ ਇੱਕ ਕੌਮ ਵਸਦੀ ਹੈ ਕੁਰਦ। ਤੁਸੀਂ ਸੁਣਿਆ ਹੋਏਗਾ ਕਿ ਕੁਰਦ ਜਿਹੜੇ ਨੇ ਉਹ ਜਿਹੜੇ ਨੇ ਸਦਾਮ ਹੁਸੈਨ ਦਾ ਵੀ ਵਿਰੋਧ ਕਰਦੇ ਸੀ, ਔਰ ਹੁਣ ਵੀ ਜਿਹੜਾ ISIS ਜਿਹੜੀ ਹੈਗੀ ਹੈ ਜਿਹਾਦੀ ਸੰਗਠਨ ਸੁੰਨੀਆਂ ਦਾ ਸੀਰੀਆ ਦੇ ਵਿੱਚ ਕੰਮ ਕਰ ਰਿਹਾ, ਜਾਂ ਇਹਨਾਂ ਇਰਾਕ ਦੇ ਵਿੱਚ ਜਿਹੜਾ ਕੰਮ ਕਰ ਰਿਹਾ, ਉਹ ਕੁਰਦਾਂ ਦੇ ਅਗੇਂਸਟ ਹੈ। ਕੁਰਦ ਵੇਖਣ ਨੂੰ ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਕਿ ਇਹ ਵੀ ਮੁਸਲਮਾਨ ਨੇ, ਪਰੰਤੂ ਇਹ ਮੁਸਲਮਾਨ ਨਹੀਂ ਹੈਗੇ। ਇਹਨਾਂ ਦੇ ਕਈ ਮਤ ਨੇ, ਮਤਲਬ ਇੱਕ ਤਰ੍ਹਾਂ ਦੇ ਕੁਰਦ ਨਹੀਂ ਹੈਗੇ। ਕੁਰਦ ਇੱਕ ਕੌਮ ਹੈ, ਅੱਗੋਂ ਇਹਨਾਂ ਦੇ ਕਈ ਧਰਮ ਨੇ। ਕੁਝ ਕੁਰਦ ਜਿਹੜੇ ਨੇ ਮੁਸਲਮਾਨ ਵੀ ਨੇ, ਕੁਝ ਕੁਰਦ ਸ਼ੀਆ ਵੀ ਨੇ, ਕੁਝ ਕੁਰਦ ਮਿਲਗੋਬਾ ਜਾਂ ਧਰਮ ਵੀ ਮੰਨ ਕੇ ਚੱਲਦੇ ਨੇ। ਫਿਰ ਕੁਝ ਕੁਰਦ ਯਜੀਦੀ ਨੇ। ਯਜੀਦੀ ਮਤ ਇੱਕ ਅਜਿਹਾ ਮਤ ਹੈ ਜਿਹਦੇ ਬਾਰੇ ਸਾਡੇ ਬਹੁਤੇ ਲੋਕਾਂ ਨੂੰ ਨਹੀਂ ਪਤਾ। ਯਜੀਦੀ ਮਤ ਵਾਲੇ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਸ਼ੈਤਾਨ ਜਿਹਨੂੰ ਕਿਹਾ ਗਿਆ ਨਾ, ਉਹਦਾ ਅਸਲ ਨਾਮ ਮਲਕ ਏ ਤਾਊਸ ਹੈ। ਮਲਕ ਏ ਤਾਊਸ। ਮਲਕ ਏ ਤਾਊਸ ਕੀ ਹੈ? ਜਿਹਦਾ ਤਾਊਸ ਦਾ ਮਤਲਬ ਹੁੰਦਾ ਮੋਰ। ਹੁਣ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਬਹੁਤ ਰਾਜੇ ਮਹਾਰਾਜੇ ਹੋਏ ਨੇ ਵੱਡੇ ਵੱਡੇ, ਉਹਨਾਂ ਦੇ ਤਖਤੇ ਤਾਊਸ ਹੁੰਦੇ ਸਨ। ਤਖਤੇ ਤਾਊਸ ਦਾ ਕੀ ਮਤਲਬ ਹੁੰਦਾ ਸੀ ਕਿ ਉਹਨਾਂ ਦੇ ਜਿਹੜੇ ਤਖਤ ਹੁੰਦੇ ਸੀ ਉਹਨਾਂ ਦੇ ਉੱਤੇ ਸੁੰਦਰ ਮੋਰ ਬਣੇ ਹੁੰਦੇ ਸੀ। ਇਹ ਮੋਰ ਕਿਹਦਾ ਪ੍ਰਤੀਕ ਹੈ? ਮੋਰ ਪ੍ਰਤੀਕ ਹੈਗਾ ਮਲਕੇ ਤਾਊਸ, ਜਿਹਨੂੰ ਅਸੀਂ ਕਹਿੰਦੇ ਹਾਂ ਮਲਕੇ ਤਾਊਸ ਇੱਕ ਅਜਿਹੀ ਸ਼ਕਤੀ ਹੈ ਪਰਮਾਤਮਾ ਦੀ, ਅਕੋਰਡਿੰਗ ਟੂ ਯਜੀਦੀ ਧਰਮ। ਯਜੀਦੀ ਧਰਮ ਇਹ ਕਹਿੰਦਾ ਹੈ ਕਿ ਇਹ ਧਰਮ ਬਹੁਤ ਪੁਰਾਣਾ ਧਰਮ ਹੈ। ਇਹਦੇ ਬਾਰੇ ਵਿਸਥਾਰ 'ਚ ਮੈਂ ਫਿਰ ਕਿਤੇ ਦੱਸਾਂਗਾ। ਅੱਜ ਅਸੀਂ ਗੱਲ ਕਰ ਰਹੇ ਹਾਂ ਇਹ ਧਰਮ ਸ਼ੈਤਾਨ ਦੇ ਬਾਰੇ, ਇਹਦਾ ਕੀ ਕੌਨਸੈਪਟ ਹੈ। ਇਹ ਬੜਾ ਡਿਫਰੈਂਟ ਕੌਨਸੈਪਟ ਹੈ ਯਹੂਦੀਜ਼ਮ ਤੋਂ ਔਰ ਇਸਲਾਮ ਤੋਂ ਔਰ ਕ੍ਰਿਸਚੈਨਿਟੀ ਤੋਂ। ਇਹ ਕਹਿੰਦੇ ਨੇ ਕਿ ਸ਼ੈਤਾਨ ਜਿਹੜਾ ਹੈ ਇਹ
ਅੱਲਾ ਦਾ ਸੇਵਕ ਹੈ ਔਰ ਇਹਦਾ ਨਾਮ ਮਲਕੇ ਤਾਊਸ ਉਹਨਾਂ ਨੇ ਰੱਖਿਆ ਔਰ ਇਹ ਮਲਕੇ ਤਾਊਸ ਦੀ ਪੂਜਾ ਕਰਦੇ ਨੇ। ਮਲਕੇ ਤਾਊਸ ਇਹਨਾਂ ਦੇ ਮੁਤਾਬਕ ਰੱਬ ਦਾ ਸਭ ਤੋਂ ਖਾਸ ਫਰਿਸ਼ਤਾ ਸੀ ਔਰ ਰੱਬ ਨੇ ਜਦੋਂ ਆਦਮ ਨੂੰ ਬਣਾਇਆ, ਤੁਹਾਨੂੰ ਪਤਾ ਆਦਮ ਨੂੰ ਮਿੱਟੀ ਤੋਂ ਬਣਾਇਆ ਲਿਖਿਆ ਗਿਆ ਸਾਮੀ ਟ੍ਰੈਡੀਸ਼ਨ ਦੇ ਵਿੱਚ, ਤਾਂ ਰੱਬ ਨੇ ਕਿਹਾ ਸੀ, ਜਿਹੜਾ ਇਸਲਾਮ ਵੀ ਮੰਨਦਾ ਹੈ ਕਿ ਕੁਰਾਨ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਰੱਬ ਨੇ ਹੁਕਮ ਕੀਤਾ, ਅੱਲਾ ਨੇ ਹੁਕਮ ਕੀਤਾ ਸਾਰੇ ਫਰਿਸ਼ਤਿਆਂ ਨੂੰ ਕਿ ਆਦਮ ਨੂੰ ਸਜਦਾ ਕਰੋ। ਪਰੰਤੂ ਇਹ ਜਿਹੜਾ ਮਲਕੇ ਤਾਊਸ ਹੈ ਇਹਨੇ ਸਜਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਹਨੂੰ ਸ਼ੈਤਾਨ ਕਿਹਾ ਗਿਆ ਹੈ। ਹੁਣ ਇਹਨੂੰ ਹੁਕਮ ਅਦੂਲੀ ਮੰਨਿਆ ਗਿਆ ਇਸਲਾਮ ਦੇ ਵਿੱਚ ਕਿ ਉਹਨੇ ਅੱਲਾ ਦਾ ਹੁਕਮ ਨਹੀਂ ਮੰਨਿਆ, ਇਸ ਕਰਕੇ ਉਹਨੂੰ ਜਿਹੜਾ ਉਹਨਾਂ ਨੇ ਸਵਰਗ ਦੇ ਵਿੱਚੋਂ ਕੱਢ ਦਿੱਤਾ ਸੀ। ਪਰੰਤੂ ਯਜ਼ੀਦੀ ਧਰਮ ਇਹ ਕਹਿੰਦਾ ਹੈ ਕਿ ਅਸਲ 'ਚ ਰੱਬ ਨੇ ਮਲਕੇ ਤਾਊਸ ਦੀ ਪਰਖ ਲਈ ਸੀ। ਪਰਖ ਇਹ ਲਈ ਸੀ ਕਿ ਕੀ ਇਹ ਬੰਦਾ ਮੇਰੇ ਤੋਂ ਸਿਵਾ ਕਿਸੇ ਹੋਰ ਨੂੰ ਸਜਦਾ ਕਰਦਾ ਕਿ ਨਹੀਂ ਕਰਦਾ, ਅਤੇ ਉਹਦੇ ਵਿੱਚ ਮਲਕੇ ਤਾਊਸ ਜਿਹੜਾ ਹੈ ਉਹ ਕਾਮਯਾਬ ਹੋਇਆ ਸੀ। ਉਹਨੇ ਜਦੋਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਮਿੱਟੀ ਦੇ ਬਣੇ ਹੋਏ ਆਦਮ ਦੇ ਅੱਗੇ ਸਿਰ ਨਹੀਂ ਝੁਕਾਵਾਂਗਾ, ਕਿ ਮੈਂ ਸਿਵਾਏ ਇੱਕ ਅੱਲਾ ਜਿਹੜਾ ਹੈ, ਇੱਕ ਪਰਮਾਤਮਾ ਜਿਹੜਾ ਹੈ, ਇੱਕ ਰੱਬ ਜਿਹੜਾ ਹੈ, ਸਿਵਾਏ ਉਹਦੇ ਤੋਂ ਮੈਂ ਸਜਦਾ ਹੋਰ ਕਿਸੇ ਨੂੰ ਨਹੀਂ ਕਰਾਂਗਾ। ਤਾਂ ਰੱਬ ਨੇ ਉਹਨੂੰ ਫਿਰ ਇਸ ਗੱਲ ਦਾ ਇਨਾਮ ਇਹ ਦਿੱਤਾ ਸੀ ਕਿ ਦੁਨੀਆ ਦੇ ਵਿੱਚ ਜਿਹੜਾ ਰਾਜ ਹੋਏਗਾ ਉਹ ਤੇਰਾ ਹੋਏਗਾ। ਅਤੇ ਉਹ ਕਹਿੰਦੇ ਕਿ ਦੁਨੀਆ ਦੇ ਉੱਤੇ ਜਿਹੜਾ ਰਾਜ ਅਸਲ 'ਚ ਚੱਲ ਰਿਹਾ ਉਹ ਮਲਕੇ ਤਾਊਸ ਦਾ ਹੈਗਾ ਹੈ। ਤੋ ਇਸ ਰੂਪ ਦੇ ਵਿੱਚ ਇੱਕ ਹੀ ਕਨਸੈਪਟ ਜਿਹੜਾ ਹੁੰਦਾ ਹੈ ਉਹ ਅਜਿਹਾ ਨਹੀਂ ਕਿ ਇਸਲਾਮ ਦੇ ਵਿੱਚ ਵੀ ਉਹੀ ਹੋਵੇ, ਉਹ ਈਸਾਈ ਵੀ ਸੇਮ ਉਸੇ ਕਨਸੈਪਟ ਨੂੰ ਮੰਨਦੇ ਹੋਣ, ਯਹੂਦੀ ਵੀ। ਸ਼ਬਦ ਬੇਸ਼ੱਕ ਇੱਕ ਹੀ ਹੈ, ਪਰੰਤੂ ਹਰ ਧਰਮ ਨੇ ਉਸ ਸ਼ੈਤਾਨ ਦੇ ਭਾਵ ਅਤੇ ਉਹਦੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਅਲੱਗ ਤਰੀਕੇ ਨਾਲ ਲਿਆ। ਹੁਣ ਜਿਹੜੇ ਇਸਲਾਮ ਵਾਲੇ ਲੋਕ ਨੇ ਉਹ ਯਜ਼ੀਦੀ ਧਰਮ ਜਿਹੜੇ ਕੁਰਦ ਨੇ ਉਹਨਾਂ ਨਾਲ ਨਫ਼ਰਤ ਕਰਨ ਦਾ ਉਹਨਾਂ ਦਾ ਮੇਨ ਵਜ੍ਹਾ ਇਹ ਹੈ ਕਿ ਉਹ ਕਹਿੰਦੇ ਇਹ ਅੱਲਾ ਨੂੰ ਛੱਡ ਕੇ ਅਤੇ ਮਲਕੇ ਤਾਊਸ ਦੀ ਪੂਜਾ ਕਰਦੇ ਨੇ, ਅਤੇ ਮਲਕੇ ਤਾਊਸ ਤਾਂ ਉਹਨਾਂ ਦੀ ਨਜ਼ਰ ਵਿੱਚ ਸ਼ੈਤਾਨ ਹੈ, ਰੱਬ ਦਾ ਵਿਰੋਧੀ ਹੈ। ਪਰੰਤੂ ਯਜ਼ੀਦੀ ਕਹਿੰਦੇ ਨਹੀਂ, ਇਹ ਤਾਂ ਰੱਬ ਦਾ ਖਾਸ ਬੰਦਾ ਸੀ ਅਤੇ ਅਸੀਂ ਇਹਦੇ ਰਾਹੀਂ ਹੀ ਜਿਹੜੀ ਹੈ ਉਹ ਅੱਲਾ ਤੱਕ ਅਪਰੋਚ ਕਰਦੇ ਹਾਂ। ਅਤੇ ਇਹਦੇ ਤੋਂ ਹੀ ਕੁਝ ਪੱਛਮ ਦੇ ਵਿੱਚ ਅਜਿਹੇ ਧਰਮ ਚੱਲੇ ਜਿਨ੍ਹਾਂ ਨੂੰ ਅਸੀਂ ਸੈਟੈਨਿਕ ਕਲਟ ਕਹਿੰਦੇ ਹਾਂ। ਸੈਟੈਨਿਕ ਕਲਟ ਜਿਹੜੇ ਸੀ ਉਹ ਬੜੇ ਮਾਣ ਨਾਲ ਕਹਿੰਦੇ ਸੀ ਕਿ ਅਸੀਂ ਸ਼ੈਤਾਨ ਦੀ ਪੂਜਾ ਕਰਦੇ ਹਾਂ, ਕਿਉਂਕਿ ਉਹਨਾਂ ਦੇ ਮੁਤਾਬਕ ਸ਼ੈਤਾਨ ਕੋਈ ਬੁਰੀ ਹਸਤੀ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਪਰਮਾਤਮਾ ਨੇ ਬਣਾਇਆ, ਪਰਮਾਤਮਾ ਤੋਂ ਬਿਨਾਂ ਬਣ ਹੀ ਨਹੀਂ ਸਕਦਾ। ਤਾਂ ਇਸ ਤਰ੍ਹਾਂ ਇਹ ਬੜਾ ਇੰਟਰਸਟਿੰਗ ਕਨਸੈਪਟ ਹੈ। ਇਸ ਤਰ੍ਹਾਂ ਦੇ ਨਵੇਂ ਕਨਸੈਪਟ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਾਂਗੇ। ਸਾਨੂੰ ਸਹਿਯੋਗ ਦਿਓ, ਸਾਡੇ ਨਾਲ ਜੁੜੇ ਰਹੋ। ਅਗਲੀ ਵੀਡੀਓ ਲੈ ਕੇ ਫਿਰ ਛੇਤੀ ਹਾਜ਼ਰ ਹੋਵਾਂਗੇ। ਥੈਂਕ ਯੂ।